Introduction to RDBMS products and their features. RDBMS का मतलब है रिलेशनल डेटाबेस मैनेजमेंट सिस्टम। रिलेशनल डेटाबेस मैनेजमेंट सिस्टम ਦੇ ਵਿੱਚ ਅਸੀਂ ਟੇਬਲਸ ਦੇ ਵਿੱਚ ਡਾਟਾ ਸਟੋਰ ਕਰਦੇ। ਰਿਲੇਸ਼ਨਲ ਮਾਡਲ ਦੇ ਬੇਸ ਦੇ ਉੱਤੇ ਸਿਸਟਮ ਕੰਮ ਕਰਦਾ ਹੈ। ਰਿਲੇਸ਼ਨਲ ਸ਼ਬਦ ਥੋੜਾ ਜਿਹਾ ਤੁਹਾਨੂੰ ਸ਼ਾਇਦ डिफरेंट लगे, मैं जो ये मीनिंग दसांगा। इत्थे रिलेशनल का मतलब टेबल्स तो है। टेबल जिस रो कॉलम बनाने डाटा लिखण दी। रिलेशनल मॉडल एक ऐसा मॉडल है जिस दे विच डाटा टेबल्स दे विच किवें रखिया जावे, किवें उन्हां दा एक दूसरे नाल रिलेशनशिप बनाया जावे, उसनूं डिस्क्राइब करदा है रिलेशनल मॉडल। मतलब डाटा स्टोर करन दा एक ऐसा मॉडल जिस दे विच डाटा रिलेशन, इत्थे रिलेशनस दा मतलब टेबल्स होएगा। तुसीं जिहड़ा रिलेशन शब्द सुनिया होएगा पहलां, ਉਹਦਾ मीनिंग कुछ होर है डिक्शनरी में। पर ਅਸੀਂ ਜਦੋਂ DBMS ਜਾਂ ਡਾਟਾਬੇਸਿਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਰਿਲੇਸ਼ਨ ਦਾ ਮਤਲਬ ਟੇਬਲ ਹੁੰਦਾ ਹੈ। ਰਿਲੇਸ਼ਨਸ਼ਿਪ ਦਾ ਮਤਲਬ ਉਹ ਹੈ ਜੋ ਤੁਸੀਂ ਰਿਲੇਸ਼ਨ ਦੇ ਤੌਰ ਤੇ ਸਮਝਦੇ ਹੋ। ਰਿਲੇਸ਼ਨਸ਼ਿਪ ਮਤਲਬ ਦੋ ਦਾ ਆਪਸ ਵਿੱਚ ਲਿੰਕ, ਉਹ ਰਿਲੇਸ਼ਨਸ਼ਿਪ ਹੈ। ਰਿਲੇਸ਼ਨ ਦਾ ਮਤਲਬ ਟੇਬਲ। ਸੋ RDBMS एक रिलेशनल डेटाबेस मैनेजमेंट सिस्टम है। रिलेशनल डेटाबेस मैनेजमेंट सिस्टम जो डाटे ਨੂੰ ਆਰਗੇਨਾਈਜ਼ ਕਰਨ ਲਈ, ਸਟੋਰ ਕਰਨ ਲਈ, ਰਿਟਰੀਵ ਕਰਨ ਲਈ, ਅਪਡੇਟ ਕਰਨ ਲਈ ਯੂਜ਼ ਕੀਤਾ ਜਾਂਦਾ ਹੈ ਕੰਪਿਊਟਰ ਸਿਸਟਮਸ ਦੇ ਉੱਪਰ। ਇਹ ਇੱਕ ਸੌਫਟਵੇਅਰ ਹੀ ਹੁੰਦਾ, ਹੋਰ ਕੁਝ ਨਹੀਂ। ਸੌਫਟਵੇਅਰ ਹੀ ਹੁੰਦਾ ਹੈ ਜੋ ਡਾਟੇ ਨੂੰ ਆਰਗੇਨਾਈਜ਼ ਕਰਕੇ। The RDBMS products are systems that are based on a relational model. Relational model ऐसा मॉडल, ऐसा ऑर्गेनाइजेशन मॉडल, वो ऑर्गेनाइजेशन ही डाटे ਨੂੰ ऑर्गेनाइज ਕਰਨ ਵਾਲਾ मॉडल। एक ऐसा डाटे ਨੂੰ ऑर्गेनाइज ਕਰਨ ਵਾਲਾ मॉडल ਜੋ डाटे ਨੂੰ ਟੇਬਲਸ ਦੇ ਵਿੱਚ ਸਟੋਰ ਕਰਕੇ ਰੱਖਦਾ ਹੈ। ਅਸੀਂ ਟੇਬਲਸ ਨੂੰ ਰਿਲੇਸ਼ਨਸ ਕਹਿੰਦੇ। that organizes data into groups of tables also called relations। तो गल क्लीयर हो जानी चाहिए इस स्टैप ते, क्योंकि अगे शब्द आउणगे तुसीं कंफ्यूज हो कि असीं जे रिलेशनस शब्द इस सबजैक्ट के अंदर वरतांगे तो उसका मतलब टेबल होएगा, टेबल्स। जे असीं रिलेशनशिप शब्द वरतांगे उसका मतलब होएगा रिलेशनशिप, मतलब लिंक बिटवीन टू टेबल्स। There are many popular RDBMS products available such as MS Access, Oracle। इस सबजैक्ट ਦੇ ਵਿੱਚ ਅਸੀਂ Oracle ਤੇ ਜ਼ਿਆਦਾ ਕੰਸੈਂਟਰੇਟ ਕਰਨਾ, ਬਾਕੀ ਤਾਂ ਐਗਜ਼ਾਮਪਲਸ ਦੇ ਤੌਰ ਤੇ ਮੈਂ ਦੱਸ ਰਿਹਾ ਕਿਉਂਕਿ ਇਸ ਸਬਜੈਕਟ 'ਚ Oracle ਹੈ, ਪ੍ਰੈਕਟੀਕਲੀ Oracle ਕਰਨੀ ਹੈ। MS Access ਮਾਈਕਰੋਸਾਫਟ ਦਾ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ, ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। शायद तुसीं पढ़िया होगा MS ऑफिस जो प्रोडक्ट सूट है ਉਹਦੇ ਵਿੱਚ ਹੀ ਹੁੰਦਾ ਹੈ। MS वर्ड, MS एक्सेल, MS पावरपॉइंट ਤੇ MS एक्सेस। ਇਹਨਾਂ ਦੋਹਾਂ ਤੋਂ ਬਿਨਾ ਸਾਡੇ ਕੋਲ SQL ਸਰਵਰ ਵੀ ਇੱਕ RDBMS ਹੈ ਐਂਡ MySQL, ਇਹ ਵੀ RDBMS ਹੈ ਜਿਹੜੇ ਅੱਜ ਕੱਲ੍ਹ ਪਪੂਲਰ ਨੇ। ਪਰ ਆਪਾਂ ਇਹਨਾਂ ਦੀ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ, ਐਜ਼ ਐਨ ਐਗਜ਼ਾਮਪਲ ਦੱਸਿਆ ਜਾ ਰਿਹਾ।
ਇਹਨਾਂ ਦੋਹਾਂ ਨੂੰ ਮੈਂ ਕੰਪੇਅਰ ਕਰ ਦਵਾਂਗਾ ਕਿਉਂਕਿ ਇਹਦੇ ਵਿੱਚ ਔਰੇਕਲ ਤਾਂ ਅਸੀਂ ਪੜ੍ਹਨੀ ਹੋਈ ਹੈ ਤਾਂ ਡਿਟੇਲ ਹੀ ਹੋ ਜਾਏਗੀ। MS ਐਕਸੈਸ ਦੇ ਬਾਰੇ ਥੋੜਾ ਡਿਸਕਸ ਕਰਾਂਗੇ ਕਿਉਂਕਿ ਇਹ ਜੋ ਬਿਗਨਰਸ ਨੇ ਉਹਨਾਂ ਨੂੰ MS ਐਕਸੈਸ ਪਹਿਲਾਂ ਕਰਾਈ ਜਾਂਦੀ ਹੈ, ਸ਼ਾਇਦ ਤੁਸੀਂ ਕੀਤੀ। MS ਐਕਸੈਸ ਇੱਕ ਮਾਈਕਰੋਸਾਫਟ ਦਾ ਪ੍ਰੋਡਕਟ ਹੈ। ਮਾਈਕਰੋਸਾਫਟ ਇੱਕ ਕੰਪਨੀ ਹੈ। This is one of the most popular Microsoft products. ਮਾਈਕਰੋਸਾਫਟ ਦਾ ਵਰਡ, ਐਕਸਲ, ਪਾਵਰਪੁਆਇੰਟ ਤੁਸੀਂ ਸੁਣੇ ਨੇ, ਐਕਸੈਸ ਵੀ ਉਸੇ ਪੈਕੇਜ ਦਾ ਹਿੱਸਾ ਹੈ। ਮਾਈਕਰੋਸਾਫਟ ਐਕਸੈਸ ਇਜ਼ ਐਨ ਐਂਟਰੀ ਲੈਵਲ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ। ਜ਼ਿਆਦਾਤਰ ਸਟੂਡੈਂਟ ਲੈਵਲ ਦੇ ਉੱਤੇ ਐਕਸਪੈਰੀਮੈਂਟ ਕਰਨ ਦੇ ਲਈ ਜਾਂ ਆਪਾਂ ਲੈਬ ਦੇ ਵਿੱਚ ਛੋਟੇ-ਮੋਟੇ ਐਕਸਪੈਰੀਮੈਂਟ ਕਰਨ ਦੇ ਵਿੱਚ ਐਂਟਰੀ ਲੈਵਲ ਤਾਂ ਕਿਹਾ ਕਿਉਂਕਿ ਇਸ ਨੂੰ ਅਸੀਂ ਆਰਗੇਨਾਈਜੇਸ਼ਨਲ ਲੈਵਲ ਤੇ ਯੂਜ਼ ਨਹੀਂ ਕਰਦੇ। ਇਹਦੀਆਂ ਕੁਝ ਲਿਮਿਟੇਸ਼ਨਸ ਨੇ। ਇਹ ਲਰਨਿੰਗ ਪੁਆਇੰਟ ਆਫ ਵਿਊ ਤੇ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਜਾਂ ਛੋਟੇ ਪ੍ਰੋਜੈਕਟ ਬਣਾਉਣੇ ਹੋਣ, ਸਿੰਗਲ ਕੰਪਿਊਟਰ ਤੇ ਰਨ ਕਰਨਾ ਹੋਵੇ ਉੱਥੇ ਇਹਨੂੰ ਵਰਤ ਲੈਂਦੇ। MS Access database is not only an inexpensive ਕਿਉਂਕਿ ਇਹ ਇੱਕ ਪ੍ਰੋਡਕਟ ਸੂਟ ਹੈ, ਇਸ ਕਰਕੇ ਇਹ ਫੁੱਲ ਫਲੈਜਡ ਨਹੀਂ ਹੈ, ਪਰ ਜਿਹੜਾ ਸਾਡਾ ਨਾਰਮਲ ਕੰਮ ਹੈ ਛੋਟੇ ਆਫਿਸ ਦਾ ਉਹ ਇਹ ਸਾਰ ਸਕਦਾ। ਬਟ ਆਲਸੋ ਪਾਵਰਫੁਲ ਡਾਟਾਬੇਸ ਫॉर ਸਮਾਲ ਸਕੇਲ ਪ੍ਰੋਜੈਕਟਸ। ਛੋਟੇ ਪ੍ਰੋਜੈਕਟਾਂ ਦੇ ਵਿੱਚ ਅਸੀਂ ਇਸ ਨੂੰ ਵਰਤ ਸਕਦੇ ਹਾਂ। ਇਸ ਦੇ ਕੁਝ ਫੀਚਰਸ ਨੇ। ਯੂਜ਼ਰਸ ਕੈਨ ਕ੍ਰੀਏਟ ਟੇਬਲਸ, ਕੁਐਰੀਜ਼ ਐਂਡ ਫਾਰਮਸ। ਟੇਬਲਸ ਤਾਂ ਬਣਾਵਾਂਗੇ ਹੀ ਕਿਉਂਕਿ ਟੇਬਲ ਦਾ ਤਾਂ ਮੇਨ ਕੰਮ ਹੈ ਡਾਟਾ ਸਟੋਰ ਕਰਨਾ ਟੇਬਲ 'ਚ। ਟੇਬਲ 'ਚ ਰੋਜ਼ ਐਂਡ ਕਾਲਮਸ ਬਣ ਜਾਂਦੇ ਨੇ, ਇੱਕ ਰੋ 'ਚ ਇੱਕ ਰਿਕਾਰਡ, ਦੂਜੀ ਰੋ 'ਚ ਦੂਜਾ ਰਿਕਾਰਡ, ਇਦਾਂ ਸਟੋਰ। ਕੁਐਰੀਜ਼ ਹੁੰਦੀਆਂ ਨੇ ਅਸੀਂ ਜੋ ਜਿਵੇਂ ਆਪਾਂ ਇਨਕੁਆਇਰੀ ਕਹਿੰਦੇ ਆ, ਕੋਈ ਕੁਐਸਚਨ ਪੁੱਛਣਾ, ਉਹ ਕੁਐਰੀ ਹੈ। ਅਸੀਂ ਉਸ ਡਾਟਾ ਦੇ ਬੇਸ ਤੇ ਕੋਈ ਕੁਐਰੀ ਇਸ਼ੂ ਕਰਦੇ ਹੁੰਦੇ ਆ ਤੇ ਉਹਦਾ ਰਿਜ਼ਲਟ ਸਾਨੂੰ ਮਿਲ ਜਾਂਦਾ। ਜਿਵੇਂ ਮੈਂ ਮਾਰਕਸ ਦੇਖਣਾ ਚਾਹੁੰਦਾ ਜਿਨ੍ਹਾਂ ਦੇ 60% ਤੋਂ ਜ਼ਿਆਦਾ, ਤਾਂ ਉਹ ਮੇਰੀ ਕੁਐਰੀ ਹੈ। ਉਸ ਕੁਐਰੀ ਨੂੰ ਡਾਟਾਬੇਸ ਸਾਨੂੰ ਡਾਟਾਬੇਸ ਤੋਂ ਡਾਟਾ ਆਏਗਾ ਤੇ ਉਹ ਕੁਐਰੀ ਦੇ ਅਕੋਰਡਿੰਗ ਹੀ ਰਿਜ਼ਲਟ ਦਿਖਾਇਆ ਜਾਏਗਾ। ਰਿਕਾਰਡ ਹੀ ਦਿਖਣੇ ਨੇ ਰਿਜ਼ਲਟ ਦੇ ਵਿੱਚ। ਫਾਰਮਸ ਵੀ ਇਹਦੇ 'ਚ ਬਣ ਜਾਂਦੇ ਨੇ। ਫਾਰਮਸ ਮਤਲਬ ਡਾਟਾ ਐਂਟਰੀ ਵਾਲੇ ਫਾਰਮ, ਜਿਵੇਂ ਤੁਸੀਂ ਅਕਸਰ ਵੈਬਸਾਈਟਸ ਦੇ ਉੱਤੇ ਫਾਰਮ ਬਣੇ ਦੇਖੇ ਹੋਣਗੇ, ਉਸ ਤਰ੍ਹਾਂ ਉਹ ਇਹ 'ਚ ਬਣ ਜਾਂਦੇ ਨੇ। ਵੈਬਸਾਈਟ ਵਾਲੇ ਨਹੀਂ, ਡੈਸਕਟਾਪ ਤੇ ਰਨ ਕਰਦੇ। The important import and export of data to many formats including Excel, SQL Server, Oracle, etc. ਤੁਸੀਂ MS Access ਤੋਂ ਡਾਟਾ ਐਕਸਲ 'ਚ, SQL ਸਰਵਰ 'ਚ ਜਾਂ Oracle 'ਚ ਭੇਜ ਸਕਦੇ ਹੋ ਤੇ ਉਹਨਾਂ ਤੋਂ MS Access 'ਚ ਲੈ ਕੇ ਆ ਸਕਦੇ ਹੋ। ਮਤਲਬ ਇੰਪੋਰਟ ਵੀ ਕਰ ਸਕਦੇ ਹੋ, ਐਕਸਪੋਰਟ ਵੀ ਕਰ ਸਕਦੇ ਹੋ। Microsoft Access is a file server based database। ਫਾਈਲ ਸਰਵਰ ਮਤਲਬ ਕਲਾਇੰਟ ਸਰਵਰ ਬੇਸਡ ਨਹੀਂ ਹੈ। ਕਲਾਇੰਟ ਸਰਵਰ 'ਚ ਇੱਕ ਕਲਾਇੰਟ ਹੁੰਦਾ, ਇੱਕ ਸਰਵਰ ਹੁੰਦਾ ਹੈ। ਡਾਟਾ ਕਲਾਇੰਟ ਤੇ ਫੀਡ ਕੀਤਾ ਜਾਂਦਾ ਹੈ, ਸਰਵਰ ਤੇ ਸੇਵ। ਇਹ ਫਾਈਲ ਸਰਵਰ ਬੇਸਡ ਹੈ, ਮਤਲਬ ਜਿਹੜੇ ਕੰਪਿਊਟਰ ਤੇ ਡਾਟਾ ਸੇਵ ਕਰਨਾ ਉੱਥੇ ਹੀ ਇਹਦੀ ਫਾਈਲ ਹੋਣੀ ਚਾਹੀਦੀ। ਇਹ ਕਲਾਇੰਟ ਸਰਵਰ ਮੋਡ 'ਚ ਨਹੀਂ ਚੱਲਦਾ। ਅਨਲਾਈਕ ਕਲਾਇੰਟ ਸਰਵਰ, ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ RDBMS ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਲਾਇੰਟ ਸਰਵਰ ਬੇਸਡ ਨੇ ਜਿਹੜੀ, ਇਹ ਵੀ RDBMS ਹੈ ਪਰ ਉਹਨਾਂ ਨੂੰ ਕਲਾਇੰਟ ਸਰਵਰ RDBMS ਕਹਿ ਸਕਦੇ ਹਾਂ। Microsoft Access does not implement data triggers। ਟ੍ਰਿਗਰ ਵੈਸੇ ਪਿਸਟਲ 'ਚ ਹੁੰਦਾ, ਦੇਖਿਆ ਹੋਣਾ ਤੁਸੀਂ, ਦਬਾ ਕੇ ਤੇ ਗੋਲੀ ਚੱਲਦੀ। ਉਹ ਟ੍ਰਿਗਰ, ਇੱਥੇ ਟ੍ਰਿਗਰ ਦਾ ਮਤਲਬ ਈਵੈਂਟ ਹੈ। ਕੋਈ ਈਵੈਂਟ ਅਕਰ ਹੁੰਦੀ ਹੈ ਤੇ ਉਹਦੇ ਨਾਲ ਆਟੋਮੈਟਿਕਲੀ ਕੋਡ ਐਕਸੀਕਿਊਟ, ਉਸ ਨੂੰ ਅਸੀਂ ਟ੍ਰਿਗਰ ਕਹਿੰਦੇ ਹਾਂ। ਜ਼ਿਆਦਾ ਡਿਟੇਲ ਇਸ ਦੀ ਜਦੋਂ ਆਪਾਂ ਔਰੇਕਲ ਕਰਾਂਗੇ ਉੱਥੇ ਹੋ ਜੇ ਸਾਰੀਆਂ ਚੀਜ਼ਾਂ ਦੀ। ਡਾਟਾਬੇਸ ਟ੍ਰਿਗਰਸ, ਸਟੋਰਡ ਪ੍ਰੋਸੀਜਰਸ, ਟ੍ਰਾਂਜੈਕਸ਼ਨ ਲੌਗਿੰਗ। ਸਟੋਰਡ ਪ੍ਰੋਸੀਜਰ ਆਪਾਂ ਫੰਕਸ਼ਨ ਬਣਾਉਂਦੇ ਸੀ ਜਿਵੇਂ C ਲੈਂਗੁਏਜ ਦੇ ਵਿੱਚ, ਉਸ ਤਰ੍ਹਾਂ ਔਰੇਕਲ ਦੇ ਵਿੱਚ ਸਟੋਰਡ ਪ੍ਰੋਸੀਜਰ ਬਣਾਏ। ਟ੍ਰਿਗਰਸ ਵੀ ਇੱਕ ਤਰ੍ਹਾਂ ਨਾਲ ਫੰਕਸ਼ਨ ਹੀ ਨੇ ਪਰ ਉਹ ਆਟੋਮੈਟਿਕਲੀ ਐਗਜ਼ੀਕਿਊਟ ਹੁੰਦੇ ਨੇ। ਸਟੋਰਡ ਪ੍ਰੋਸੀਜਰ ਨੂੰ ਕਾਲ ਕਰਨਾ ਪੈਂਦਾ ਹੈ ਫੰਕਸ਼ਨ। ਟ੍ਰਾਂਜੈਕਸ਼ਨ ਲੌਗਿੰਗ ਹੁੰਦੀ ਹੈ ਕਿ ਟ੍ਰਾਂਜੈਕਸ਼ਨ ਹੋਈ ਉਹਦੇ ਬਾਰੇ ਇਨਫੋਰਮੇਸ਼ਨ ਸਟੋਰ ਕਰਕੇ ਰੱਖਣੀ, ਕਦੋਂ ਹੋਈ, ਕਿਹਨੇ ਕੀਤੀ, ਕਿੰਨੇ ਵਜੇ ਕੇ ਕਿੰਨੇ ਮਿੰਟ ਤੇ ਹੋਈ, ਕਿੰਨੀ ਡੇਟ ਤੋਂ ਹੋਈ, ਕੀ ਚੇਂਜ ਕੀਤਾ ਗਿਆ। ਟ੍ਰਾਂਜੈਕਸ਼ਨ ਦਾ ਮਤਲਬ ਹੈ ਡਾਟਾ ਵਿੱਚ ਕੋਈ ਚੇਂਜ ਹੋਈ, ਉਹ ਚੇਂਜ ਦੇ ਬਾਰੇ ਇਨਫੋਰਮੇਸ਼ਨ ਸਟੋਰ ਕਰਨੀ ਟ੍ਰਾਂਜੈਕਸ਼ਨ ਲੌਗਿੰਗ। ਪਰ ਮਾਈਕਰੋਸਾਫਟ ਐਕਸੈਸ 'ਚ ਇਹ ਚੀਜ਼ਾਂ ਹੈ ਨਹੀਂ, ਨਾ ਟ੍ਰਿਗਰ ਨੇ, ਨਾ ਸਟੋਰਡ ਪ੍ਰੋਸੀਜਰ ਨੇ, ਨਾ ਟ੍ਰਾਂਜੈਕਸ਼ਨ ਲੌਗ। ਸੋ ਲਿਮਿਟਡ ਹੈ, ਸਮਾਲ ਸਕੇਲ ਪ੍ਰੋਜੈਕਟਸ ਦੇ ਲਈ ਬਣੇ, ਲਾਰਜ ਸਕੇਲ ਲਈ ਔਰੇਕਲ।
जो अपने सिलेबस ओरेकल। इट इज वेरी लार्ज एंड मल्टी यूजर डेटाबेस मैनेजमेंट सिस्टम। बहुत ਵੱਡਾ ਹੈ, ਬਹੁਤ ਹਿਊਜ ਅਮਾਉਂਟ ਚ ਡਾਟਾ ਸਟੋਰ ਕਰਕੇ ਰੱਖ ਸਕਦਾ ਹੈ। ਮਲਟੀਪਲ ਯੂਜ਼ਰਸ ਨੂੰ ਇਹ ਅਲਾਉਡ ਹੈ, ਯੂਜ਼ ਕਰ ਸਕਦੇ ਨੇ ਇੱਕੋ ਟਾਈਮ ਤੇ, ਕਿਉਂਕਿ ਸਰਵਰ ਦੇ ਉੱਤੇ ਡਾਟਾਬੇਸ ਹੁੰਦਾ ਹੈ, ਕਲਾਇੰਟ ਉਹਦੇ ਨਾਲ ਕਨੈਕਟ ਹੋ ਜਾਂਦੇ ਨੇ। ਇਹ ਕਲਾਇੰਟ ਸਰਵਰ ਬੇਸਡ ਸਿਸਟਮ। Oracle is a relational database management system developed by Oracle Corporation। ਕੰਪਨੀ ਦਾ ਨਾਮ ਹੈ, ਜਿਵੇਂ ਐਕਸੈਸ ਮਾਈਕਰੋਸੌਫਟ ਕੰਪਨੀ ਨੇ ਬਣਾਈ ਹੈ, ਉਸ ਤਰ੍ਹਾਂ Oracle ਕਾਰਪੋਰੇਸ਼ਨ ਨੇ Oracle ਬਣਾਈ। Oracle ਦੇ ਫੀਚਰ ਕੀ ਨੇ? Oracle is a multi-user database management system। multi-user in the sense ਕਿ ਇੱਕ ਤੋਂ ਜ਼ਿਆਦਾ ਯੂਜ਼ਰ ਇੱਕੋ ਟਾਈਮ ਦੇ ਉੱਤੇ ਇੱਕੋ ਹੀ ਫਾਈਲ ਤੇ ਇੱਕੋ ਹੀ ਡਾਟਾਬੇਸ ਤੇ ਕੰਮ ਕਰ ਸਕਦੇ। ਕਿਵੇਂ ਕਰਨਗੇ? ਸਰਵਰ ਦੇ ਉੱਤੇ ਇੱਕ ਸਰਵਰ ਕੰਪਿਊਟਰ ਹੋਏਗਾ, ਬਾਕੀ ਕਲਾਇੰਟ ਕੰਪਿਊਟਰ ਉਹਦੇ ਨਾਲ ਕਨੈਕਟਡ ਹੋਣਗੇ ਨੈਟਵਰਕ ਦੇ ਥਰੂ। ਸਰਵਰ ਤੇ ਡਾਟਾਬੇਸ ਹੋਏਗਾ, ਕਲਾਇੰਟ ਆਪਾਂ ਉੱਥੋਂ ਸਰਵਰ ਵਾਲਾ ਡਾਟਾ ਦੇਖ ਸਕਦੇ ਨੇ, ਚੇਂਜ ਕਰ ਸਕਦੇ ਨੇ, ਅਪਡੇਟ ਕਰ ਸਕਦੇ ਨੇ, ਡਿਲੀਟ ਕਰ ਕੁਝ ਵੀ ਕਰ ਸਕਦੇ। ਉਹਨੂੰ ਕਹਿੰਦੇ ਆ ਮਲਟੀ ਯੂਜ਼ਰ ਡਾਟਾਬੇਸ ਮੈਨੇਜਮੈਂਟ ਸਿਸਟਮ। ਇਟ ਕੈਨ ਹੈਂਡਲ ਹਿਊਜ ਡਾਟਾਬੇਸਿਸ ਵੈਰੀ ਐਫੀਸ਼ੀਐਂਟ। ਵੱਡੇ ਵੱਡੇ ਡਾਟਾਬੇਸਿਸ, ਦੁਨੀਆ ਦਾ ਡਾਟਾ ਹੋਵੇ ਜਿੱਥੇ, ਜਿਨ੍ਹਾਂ ਦੇ ਜਿਵੇਂ ਮੰਨ ਲਓ ਤੁਸੀਂ ਫੇਸਬੁੱਕ ਤੇ, ਫੇਸਬੁੱਕ ਦਾ ਡਾਟਾ ਹੀ ਹੈ, ਹਰੇਕ ਬੰਦੇ ਦਾ ਇੱਕ ਅਕਾਊਂਟ ਨੰਬਰ ਹੈ, ਉਹਦੇ ਅੱਗੇ ਜੋ ਵੀ ਰਿਕਾਰਡ ਹੈ ਉਹ ਸਾਰਾ ਡਾਟਾਬੇਸਿਸ ਦੇ ਵਿੱਚ ਹੈ। ਇੱਦਾਂ ਜਿਹੜੇ ਹਿਊਜ ਡਾਟਾਬੇਸਿਸ ਨੇ, ਪੂਰੀ ਦੁਨੀਆ ਦਾ ਰਿਕਾਰਡ ਸਟੋਰ ਕਰਨ ਵਾਲੇ ਡਾਟਾਬੇਸਿਸ, ਉਹਨਾਂ ਨੂੰ ਹੈਂਡਲ ਕਰ ਸਕਦੀ ਹੈ Oracle। MS Access 'ਚ ਇਹ ਚੀਜ਼ ਪੋਸੀਬਲ ਨਹੀਂ। ਇਟ ਕੈਨ ਹੈਂਡਲ, ਨਾਟ ਇਟ, ਇਟ ਕੈਨ ਹੈਂਡਲ multiple client requests and sending, it can handle multiple clients। it can handle multiple clients requesting and sending data in the network। ਜਦੋਂ ਇੱਕ ਤੋਂ ਜ਼ਿਆਦਾ ਕਲਾਇੰਟ ਕੰਪਿਊਟਰ, ਮਤਲਬ ਜਿੱਥੇ ਯੂਜ਼ਰ ਬੈਠ ਕੇ ਕੰਮ ਕਰਨਗੇ, ਉਹ ਰਿਕੁਐਸਟ ਕਰਨਗੇ ਜਾਂ ਡਾਟਾ ਸੈਂਡ ਕਰਨਗੇ ਨੈਟਵਰਕ ਤੇ, ਉਹਨਾਂ ਨੂੰ ਇਹ ਹੈਂਡਲ ਕਰ ਸਕਦਾ ਹੈ। ਪੂਰੀ ਦੁਨੀਆ 'ਚ ਹੀ ਹੈਂਡਲ ਕਰਦਾ। ਫੇਸਬੁੱਕ ਨੂੰ ਸਾਰੀ ਦੁਨੀਆ ਯੂਜ਼ ਕਰਦੀ। ਆਹ ਸਾਡਾ WhatsApp ਕਿੰਨਾ ਪੋਪੂਲਰ ਹੈ, ਇਹ ਵੀ ਡਾਟਾ ਹੀ ਹੈ, ਪੂਰੀ ਦੁਨੀਆ ਦਾ ਡਾਟਾ ਇਕੱਠਾ ਹੋ ਰਿਹਾ ਤੇ ਉਹਨੂੰ ਇਦਾਂ Oracle ਵਰਗੇ ਡਾਟਾਬੇਸ ਮੈਨੇਜਮੈਂਟ ਸਿਸਟਮ ਹੈਂਡਲ ਕਰਦਾ। ਇਟ ਇਜ਼ ਐਨ ਐਕਸੈਲੈਂਟ ਡਾਟਾਬੇਸ ਸਰਵਰ ਚੁਆਇਸ ਫॉर ਕਲਾਇੰਟ ਸਰਵਰ ਕੰਪਿਊਟਿੰਗ। ਜਿੱਥੇ ਕਲਾਇੰਟ ਸਰਵਰ ਸਿਸਟਮ ਇੰਪਲੀਮੈਂਟ ਕਰਨਾ ਹੋਵੇ, ਇੱਕ ਹੁੰਦਾ ਸਿੰਗਲ ਸਿਸਟਮ, ਇੱਕ ਹੁੰਦਾ ਕਲਾਇੰਟ ਸਰਵਰ ਸਿਸਟਮ। Oracle supports all major operating systems for both clients and servers। ਇਹਦੇ ਵਿੱਚ ਤੁਸੀਂ ਮਾਈਕਰੋਸੌਫਟ ਵਿੰਡੋਜ਼, ਤਾਂ ਮੇਜਰ ਲਾਈਨਕਸ ਡਿਸਟ੍ਰੀਬਿਊਸ਼ਨਸ ਇਹ ਵੀ ਯੂਜ਼ ਕਰ ਸਕਦੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਨੇ, ਮੈਕ ਹੈ, ਮੈਕਿਨਟੋਸ਼ ਸੁਣਿਆ ਹੋਣਾ। ਤੋ ਕਈ ਤਰ੍ਹਾਂ ਦੇ ਆਪਰੇਟਿੰਗ ਸਿਸਟਮਸ ਨੂੰ ਇਹ ਐਜ਼ ਏ ਕਲਾਇੰਟ ਜਾਂ ਐਜ਼ ਏ ਸਰਵਰ Oracle ਸਪੋਰਟ ਕਰਦੀ ਹੈ। ਇਸ ਕਰਕੇ ਅਸੀਂ ਇਹ ਕਾਫੀ ਜ਼ਿਆਦਾ ਵਾਈਡਲੀ ਯੂਜ਼। ਮਾਈਕਰੋਸੌਫਟ ਦੇ ਪ੍ਰੋਡਕਟ ਜ਼ਿਆਦਾਤਰ ਮਾਈਕਰੋਸੌਫਟ ਵਿੰਡੋਜ਼ ਤੇ ਹੀ ਚੱਲਦੇ ਨੇ, ਪਰ ਜਿਹੜੇ ਇਹ Oracle ਦੇ ਪ੍ਰੋਡਕਟ ਨੇ, Oracle ਦੀ ਜਾਵਾ ਵੀ Oracle ਵਾਲਿਆਂ ਕੋਲ ਆ, ਇਹ ਜਿਹੜੀ ਹੈ ਅਲੱਗ-ਅਲੱਗ ਆਪਰੇਟਿੰਗ ਸਿਸਟਮ ਦੇ ਉੱਤੇ ਰਨ ਹੋ ਸਕਦਾ। ਡਿਫਰੈਂਸ ਬਿਟਵੀਨ DBMS ਐਂਡ RDBMS ਸ਼ਬਦ ਤੁਸੀਂ ਸੁਣੇ ਹੋਣੇ ਆ। DBMS ਦਾ ਮਤਲਬ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। RDBMS ਦਾ ਮਤਲਬ ਹੈ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। तो DBMS ਕੀ ਹੈ? DBMS ਐਪਲੀਕੇਸ਼ਨਸ ਸਟੋਰ ਡਾਟਾ ਐਜ਼ ਫਾਈਲ। ਜਿਵੇਂ ਆਪਾਂ HTML ਦੀ, XML ਤਾਂ ਚਲੋ ਸੁਣਿਆ ਨਹੀਂ ਹੋਣਾ ਤੁਸੀਂ। HTML ਦੀ ਫਾਈਲ ਬਣਾਉਂਦੇ ਆ, ਉਹਦੇ 'ਚ ਇੱਕ ਤਰ੍ਹਾਂ ਨਾਲ ਕਈ ਵਾਰ ਆਪਾਂ ਟੇਬਲ ਬਣਾ ਕੇ ਡਾਟਾ ਵੀ ਸਟੋਰ ਕਰ ਲੈਂਦੇ, ਜਾਂ ਅਸੀਂ C ਲੈਂਗੁਏਜ ਦੇ ਵਿੱਚ ਵੀ ਕਈ ਵਾਰ ਫਾਈਲਾਂ ਬਣਾ ਲੈਂਦੇ ਹਾਂ ਡਾਟਾ ਸਟੋਰ ਕਰ। ਪਰ C ਲੈਂਗੁਏਜ ਵਾਲਿਆਂ ਨੂੰ ਅਸੀਂ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਬੋਲਦੇ ਹਾਂ। DBMS ਉਸ ਤੋਂ ਥੋੜ੍ਹੇ ਜਿਹੇ ਇੰਪਰੂਵਡ ਵਰਜ਼ਨ ਨੇ, ਉਹਨਾਂ 'ਚ DBase, Fox Pro ਦੇ ਨਾਮ ਆਉਂਦੇ ਨੇ ਸ਼ਾਇਦ। ਉਹ ਹੁਣ ਤਾਂ ਆਊਟਡੇਟਡ ਨਹੀਂ ਯੂਜ਼ ਹੁੰਦੇ, ਕਿਉਂਕਿ ਅੱਜ ਕੱਲ੍ਹ RDBMS ਹੀ ਚੱਲਦਾ। ਉਹ DBMS ਦੇ ਵਿੱਚ ਡਾਟਾ ਫਾਈਲ 'ਚ ਸਟੋਰ ਕੀਤਾ ਜਾਂਦਾ, ਫਾਈਲ ਬਣ ਜਾਂਦੀ ਹੈ ਸੈਪਰੇਟ ਹਰੇਕ ਡਾਟਾ ਦੀ। RDBMS 'ਚ ਡਾਟਾ ਟੈਬੂਲਰ ਫਾਰਮ 'ਚ, ਟੇਬਲਸ ਦੇ ਵਿੱਚ ਸਟੋਰ ਕੀਤਾ ਜਾਂਦਾ, ਟੇਬਲ ਹੀ ਹੁੰਦੇ।
ਸਾਨੂੰ ਟੇਬਲ ਹੀ ਦਿਖਦਾ। In DBMS, data is generally stored in either a hierarchical form or navigational form। ਇਹ ਦੋ ਅਲੱਗ-ਅਲੱਗ ਮਾਡਲ ਨੇ ਡਾਟਾਬੇਸ ਦੇ, ਡਾਟਾ ਸਟੋਰ ਕਰਨ ਦੇ। ਹਾਇਰਾਰਕੀਕਲ ਦੇ ਵਿੱਚ ਇੱਕ ਪੇਰੈਂਟ, ਦੋ ਚਾਈਲਡ, ਉਸ ਤੋਂ ਬਾਅਦ ਅੱਗੇ ਦੋ ਚਾਈਲਡ, ਇੱਦਾਂ ਤਿੰਨ ਚਾਈਲਡ ਵੀ ਹੋ ਸਕਦੇ ਆ, ਚਾਰ ਵੀ ਹੋ ਸਕਦੇ ਆ, ਇੱਦਾਂ ਇੱਕ ਟਰੀ ਲਾਈਕ ਸਟਰਕਚਰ ਬਣ ਜਾਂਦਾ। ਉਵੇਂ ਨੈਵੀਗੇਸ਼ਨਲ ਹੈ ਜਿਹੜਾ, ਉਹਦੇ ਵਿੱਚ ਵੀ ਇੱਕ ਦੂਜੇ ਨਾਲ ਕਨੈਕਟਡ ਲਿੰਕ ਹੋ ਜਾਂਦੇ ਨੇ, ਤੇ ਉਹ ਡਾਟਾ ਜਿਹੜਾ ਇੱਕ ਤੋਂ ਇੱਕ ਦਾ ਦੂਜੇ ਨਾਲ ਕਨੈਕਸ਼ਨ ਹੈ, ਦੂਜੇ ਦਾ ਤੀਜੇ ਨਾਲ, ਇੱਦਾਂ ਕਨੈਕਟ ਕਰਕੇ ਉਹ ਡਾਟਾ ਰਿਟਰੀਵ ਕੀਤਾ ਜਾਂਦਾ ਹੈ। DBMS ਦੇ ਵਿੱਚ ਇਹ ਪੋਸੀਬਿਲਿਟੀ। RDBMS ਦੇ ਵਿੱਚ ਅਸੀਂ ਰਿਲੇਸ਼ਨਲ ਮਾਡਲ ਯੂਜ਼ ਕਰਦੇ ਹਾਂ। ਟੇਬਲਸ ਹੈਵ ਐਨ ਆਇਡੈਂਟੀਫਾਇਰ ਕਾਲਡ ਪ੍ਰਾਇਮਰੀ ਕੀ। ਹਰੇਕ ਟੇਬਲ ਦਾ ਇੱਕ ਪ੍ਰਾਇਮਰੀ ਕੀ, ਹਰੇਕ ਟੇਬਲ ਦੀ ਇੱਕ ਫੀਲਡ ਨੂੰ ਪ੍ਰਾਇਮਰੀ ਕੀ ਬਣਾ ਦਿੰਦੇ। ਐਂਡ ਦਾ ਡਾਟਾ ਵੈਲਿਊਜ਼ ਆਰ ਸਟੋਰਡ ਇਨ ਦਾ ਫਾਰਮ ਆਫ ਟੇਬਲਸ। ਤੇ ਜਿਹੜੀਆਂ ਡਾਟਾ ਵੈਲਿਊਜ਼ ਨੇ ਉਹ ਟੇਬਲਸ ਦੇ ਵਿੱਚ ਸਟੋਰ ਨੇ। ਜਿਵੇਂ ਮੰਨ ਲਓ ਸਟੂਡੈਂਟ ਦਾ ਨੇਮ, ਰੋਲ ਨੰਬਰ, ਮਾਰਕਸ, ਐਡਰੈਸ, ਪਿੰਨ ਕੋਡ, ਫੋਨ ਨੰਬਰ, ਇਹ ਫੀਲਡ ਨੇ। ਇਹਨਾਂ 'ਚ ਇੱਕ ਫੀਲਡ ਜਿਵੇਂ ਰੋਲ ਨੰਬਰ ਹੈ, ਇਹਨਾਂ ਜਿਹੜਾ ਡੁਪਲੀਕੇਟ ਨਾ ਆਉਂਦਾ ਹੋਵੇ ਉਹਨੂੰ ਪ੍ਰਾਇਮਰੀ ਕੀ ਬਣਾਏਗਾ, ਤੇ ਉਸ ਦੇ ਬੇਸ ਤੇ ਹੀ ਸਰਚ ਹੁੰਦੀ ਹੈ, ਉਸ ਦੇ ਬੇਸ ਤੇ ਹੀ ਡਾਟਾ ਸੌਰਟ ਹੁੰਦਾ ਹੈ, ਉਸ ਦੇ ਬੇਸ ਤੇ ਰਿਟਰੀਵ ਕੀਤਾ ਜਾਂਦਾ। ਨਾਰਮਲਾਈਜੇਸ਼ਨ ਇਜ਼ ਨਾਟ ਪ੍ਰੈਜ਼ੈਂਟ ਇਨ DBMS। ਨਾਰਮਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਡਾਟੇ ਦੀ ਡੁਪਲੀਕੇਸੀ ਜਾਂ ਰੀਡੰਡੈਂਸੀ ਨੂੰ ਰਿਮੂਵ ਕਰਨ ਲਈ ਉਹਨੂੰ ਸਪਲਿਟ ਕਰ ਲੈਣਾ ਇੱਕ ਤੋਂ ਜ਼ਿਆਦਾ ਪਾਰਟਸ ਦੇ ਵਿੱਚ, ਉਹਨੂੰ ਨਾਰਮਲਾਈਜੇਸ਼ਨ। ਸਿੰਗਲ ਗਰੁੱਪ ਆਫ ਡਾਟਾ ਨੂੰ ਇੱਕ ਤੋਂ ਜ਼ਿਆਦਾ ਪਾਰਟਸ ਦੇ ਵਿੱਚ ਸਪਲਿਟ ਕਰਦੇ ਹਾਂ ਅਸੀਂ, ਨਾਰਮਲਾਈਜੇਸ਼ਨ। ਇੱਕ ਮੈਂ ਜਨਰਲ ਜੀ ਡੈਫੀਨੇਸ਼ਨ ਦਿੱਤੀ ਹੈ, ਵੈਸੇ ਨਾਰਮਲਾਈਜੇਸ਼ਨ ਜਦੋਂ ਅਸੀਂ ਡਿਟੇਲ 'ਚ ਜਾਂਦੇ ਹਾਂ ਫਿਰ ਇਹਦੇ ਮੀਨਿੰਗ ਥੋੜਾ ਜਿਹਾ ਡਿਫਰੈਂਟ ਵੀ ਹੋ ਸਕਦਾ। ਮੈਂ ਸਿਰਫ ਜਨਰਲ ਦੱਸ ਰਿਹਾ ਕਿ ਨਾਰਮਲਾਈਜੇਸ਼ਨ ਦਾ ਮਤਲਬ ਹੈ ਕਿ ਅਸੀਂ ਇੱਕ ਟੇਬਲ 'ਚ ਸਾਰਾ ਡਾਟਾ ਪਾ ਦਾਂਗੇ, ਉਹਦੇ 'ਚ ਡਾਟਾ ਡੁਪਲੀਕੇਸੀ ਆ ਜਾਂਦਾ, ਉਹਨੂੰ ਰਿਮੂਵ ਕਰਨ ਲਈ ਅਸੀਂ ਉਹਦੇ ਇੱਕ ਤੋਂ ਜ਼ਿਆਦਾ ਟੇਬਲ ਬਣਾ ਲਓ, ਦੋ ਜਾਂ ਤਿੰਨ ਵੀ ਬਣ ਸਕਦੇ। ਉਹ ਨਾਰਮਲਾਈਜੇਸ਼ਨ, ਕਿਉਂਕਿ ਇਹਦੇ 'ਚ ਤਾਂ ਟੇਬਲ ਹੁੰਦੇ ਨਹੀਂ, ਇਹ 'ਚ ਤਾਂ ਫਾਈਲ 'ਚ ਡਾਟਾ ਸਟੋਰ ਹੁੰਦਾ, ਇਸ ਕਰਕੇ ਇੱਥੇ ਨਾਰਮਲਾਈਜੇਸ਼ਨ ਨਹੀਂ। तो RDBMS ਹੁੰਦੀ ਹੈ, ਇਹਦੇ 'ਚ ਰਿਲੇਸ਼ਨਲ ਡਾਟਾ, ਰਿਲੇਸ਼ਨ ਦਾ ਮਤਲਬ ਹੀ ਟੇਬਲ ਹੈ, ਆਪਾਂ ਪਹਿਲਾਂ ਡਿਸਕਸ ਕੀਤਾ। तो ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਵਿੱਚ ਟੇਬਲਸ ਹੁੰਦੇ ਨੇ, ਤੇ ਉਹ ਡਾਟਾ ਟੇਬਲਸ ਦੇ ਵਿੱਚ ਸਟੋਰ ਕੀਤਾ ਜਾਂਦਾ, ਤੇ ਉੱਥੇ ਨਾਰਮਲਾਈਜ਼ ਕਰਕੇ ਉਹ ਟੇਬਲ ਤੋਂ ਦੋ ਟੇਬਲ ਸਪਲਿਟ ਕਰਕੇ ਤਿੰਨ ਟੇਬਲ ਵੀ ਬਣਾਏ ਜਾ ਸਕਦੇ। DBMS does not apply any security with regards to the data manipulation। ਇੱਥੇ ਸਿਕਿਉਰਿਟੀ ਨਹੀਂ ਹੈ ਡਾਟੇ ਦੀ। ਡਾਟਾ ਜਿਹੜਾ ਹੈ ਉਹ ਇਨਕਨਸਿਸਟੈਂਟ ਵੀ ਹੋ ਸਕਦਾ ਹੈ, ਡਾਟਾ ਜਿਹੜਾ ਹੈ ਉਹ ਚੋਰੀ ਵੀ ਕੀਤਾ ਜਾ ਸਕਦਾ ਹੈ। RDBMS 'ਚ ਸਿਕਿਉਰਿਟੀ ਹੈ। RDBMS defines integrity constraints for the purpose of ACID property। ACID मतलब atomicity, स्पेलिंग गलत नहीं, atomicity, consistency, isolation and durability। ਇਹ ਡਾਟਾਬੇਸ ਜਿਹੜਾ RDBMS ਆ ਉਹ ਇਨਸ਼ੋਰ ਕਰਦਾ ਹੈ ਕਿ ਹਰੇਕ ਰਿਕਾਰਡ ਜਿਹੜਾ ਹੈ ਉਹ ਅਟੋਮਿਕ ਹੋਵੇ, ਕੰਸਿਸਟੈਂਟ ਹੋਵੇ, ਆਈਸੋਲੇਟ ਹੋਵੇ ਐਂਡ ਡਿਊਰੇਬਲ। ਇਹਨਾਂ ਦੀ ਡਿਟੇਲ ਆਪਾਂ ਬਾਅਦ ਚ ਕਿਸੇ ਲੈਕਚਰ 'ਚ ਪੜਾਂਗੇ ਇਕੱਲੇ ਇਕੱਲੇ। ਅਟੋਮਿਕ ਦਾ ਮਤਲਬ ਹੈ ਕਿ ਉਹ ਡੁਪਲੀਕੇਟ ਨਾ ਹੋਵੇ, ਕਈ ਜਗ੍ਹਾ ਤੇ ਨਾ ਜਾ ਚਲਾ ਜਾਏ, ਸਿੰਗਲ ਐਂਟਿਟੀ ਹੈ, ਸਿੰਗਲ ਹੀ ਰਹਿਣੀ ਚਾਹੀਦੀ। ਡਾਟਾ ਕੰਸਿਸਟੈਂਟ ਹੋਵੇ, ਮਤਲਬ ਕਨਫਿਊਜ਼ਨ ਨਾ ਹੋਵੇ, ਡਾਟਾ ਆਈਸੋਲੇਟ ਹੋ, ਕਿਸੇ ਤੇ ਡਿਪੈਂਡੈਂਸੀ ਘੱਟ ਹੋਵੇ, ਡਿਊਰੇਬਿਲਿਟੀ ਹੋਵੇ, ਲੌਂਗ ਟਰਮ ਲਈ ਉਹਨੂੰ ਸਟੋਰ ਕੀਤਾ ਜਾ ਸਕੇ। ਬਾਕੀ ਡਿਟੇਲਸ ਬਾਅਦ ਚ ਪੜਾਂਗੇ, ਫਿਲਹਾਲ ਡਿਫਰੈਂਸਿਸ ਕਰਨ। DBMS uses file system to store data, so there will be no relation between tables। ਕਿਉਂਕਿ ਰਿਲੇਸ਼ਨਸ਼ਿਪ ਤਾਂ ਇੱਥੇ ਹੁੰਦਾ ਹੀ ਨਹੀਂ, ਇਸੇ ਕਰਕੇ ਇਹਨੂੰ ਰਿਲੇਸ਼ਨਲ ਨਹੀਂ ਕਹਿੰਦੇ। In RDBMS, data values are stored in the form of tables, so a relationship between these data values will be stored in the form of tables as well। ਡਾਟਾ ਵੀ ਟੇਬਲ 'ਚ, ਉਹਨਾਂ ਟੇਬਲਾਂ ਦਾ ਆਪਸ 'ਚ ਰਿਲੇਸ਼ਨਸ਼ਿਪ ਹੈ ਜਿਹੜਾ ਉਹ ਵੀ ਟੇਬਲ 'ਚ ਹੀ ਸਟੋਰ ਕੀਤਾ ਜਾਂਦਾ। DBMS has to provide some uniform methods to access stored information।
ਇਹਦੇ ਵਿੱਚ ਅਲੱਗ-ਅਲੱਗ ਮੈਥਡ ਹੁੰਦੇ ਨੇ ਜਿਹੜੇ ਉਸ ਡਾਟਾ ਨੂੰ ਐਕਸੈਸ ਕਰਨ ਲਈ ਵਰਤੇ ਜਾਂਦੇ। RDBMS ਦੇ ਵਿੱਚ ਟੈਬੂਲਰ ਸਟਰਕਚਰ ਹੁੰਦਾ ਡਾਟਾ ਦਾ ਤੇ ਰਿਲੇਸ਼ਨਸ਼ਿਪ ਹੁੰਦਾ ਹੈ between them to access stored information। ਇੱਕ ਤੋਂ ਜ਼ਿਆਦਾ ਟੇਬਲ ਬਣਨਗੇ, ਉਹਨਾਂ ਟੇਬਲ ਦਾ ਆਪਸ ਚ ਰਿਲੇਸ਼ਨਸ਼ਿਪ ਹੋਏਗਾ। ਉੱਥੇ ਇੱਕ ਸਟੈਂਡਰਡ ਕੁਐਰੀ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਜਿਸ ਦੀ ਮਦਦ ਦੇ ਨਾਲ ਅਸੀਂ ਉਹ ਡਾਟਾ ਉਹਦੇ ਚੋਂ ਰੀਡ ਕਰ ਲਈਏ। DBMS ਦੇ ਵਿੱਚ ਅਲੱਗ-ਅਲੱਗ ਫੰਕਸ਼ਨ ਪ੍ਰੋਵਾਈਡ ਕੀਤੇ ਜਾਂਦੇ ਨੇ। ਆਹ ਕੰਮ ਕਰਨਾ ਅੱਡ ਫੰਕਸ਼ਨ, ਆਹ ਕਰਨਾ ਅੱਡ ਫੰਕਸ਼ਨ। ਇੱਥੇ ਇੱਕ ਅਲੱਗ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ, SQL ਕਹਿੰਦੇ ਆ, ਸਟਰਕਚਰਡ ਕੁਐਰੀ ਲੈਂਗੁਏਜ। DBMS does not support distributed databases। ਡਿਸਟ੍ਰੀਬਿਊਟਡ ਇੱਕ ਡਾਟਾਬੇਸ ਨੂੰ ਇੱਕ ਤੋਂ ਜ਼ਿਆਦਾ ਕੰਪਿਊਟਰਾਂ ਤੇ ਵੰਡ ਕੇ ਰੱਖਣਾ, ਉਹਨੂੰ ਡਿਸਟ੍ਰੀਬਿਊਟਡ ਡਾਟਾਬੇਸ। ਇਹ ਨਹੀਂ ਪੋਸੀਬਲ। ਸਾਰਾ ਡਾਟਾਬੇਸ ਇੱਕੋ ਹੀ ਕੰਪਿਊਟਰ ਤੇ ਹੋਣਾ ਚਾਹੀਦਾ। RDBMS ਚ ਪੋਸੀਬਲ ਹੈ। ਇਟ ਸਪੋਰਟਸ ਡਿਸਟ੍ਰੀਬਿਊਟਡ ਡਾਟਾਬੇਸ। DBMS is meant to be for small organization and deal with small data. It supports a single user। RDBMS is designed to handle large amount of data। It supports multiple users। ਇੱਕ ਤੋਂ ਜ਼ਿਆਦਾ ਯੂਜ਼ਰ ਕੰਮ ਕਰ ਸਕਦੇ ਇੱਕੋ ਟਾਈਮ। ਕੁਝ ਐਗਜ਼ਾਮਪਲ ਨੇ DBMS ਦੀ, ਜਿਵੇਂ ਫਾਈਲ ਸਿਸਟਮਸ ਆਪਾਂ ਪਹਿਲਾਂ ਯੂਜ਼ ਕਰਦੇ ਰਹੇ ਹਾਂ। C ਲੈਂਗੁਏਜ ਆਪਾਂ ਫਾਈਲਾਂ ਸੇਵ ਕਰਨ ਦੇ ਲਈ ਜਿਹੜਾ ਓਪਨ ਨਾਲ ਫਾਈਲ ਓਪਨ ਕਰ ਲੈਂਦੇ, ਫਾਈਲ ਸਿਸਟਮ DBMS ਕਹਿ ਸਕਦੇ। XML ਫਾਈਲਾਂ ਅੱਜ ਕੱਲ੍ਹ ਵੀ ਯੂਜ਼ ਹੁੰਦੀਆਂ ਨੇ, ਸਿੰਗਲ ਫਾਈਲ ਦਾ ਦੂਜੀ ਫਾਈਲ ਨਾਲ ਕੋਈ ਲਿੰਕ ਨਹੀਂ ਹੁੰਦਾ, ਟੈਗਸ ਦੀ ਫਾਰਮ 'ਚ ਡਾਟਾ ਸਟੋਰ। ਤੇ RDBMS ਦਾ SQL ਸਰਵਰ, Oracle ਵਗੈਰਾ, ਈਵਨ MS ਐਕਸੈਸ ਦੀ, ਇਹ ਜਿਹੜੇ ਨੇ RDBMS ਦੀ ਐਗਜ਼ਾਮਪਲ। Relationship among application programs and RDBMS। There is very close relationship। ਐਪਲੀਕੇਸ਼ਨ ਪ੍ਰੋਗਰਾਮ ਕੀ ਹੁੰਦੇ ਆ? ਆਪਾਂ ਕੋਈ ਪ੍ਰੋਗਰਾਮ ਬਣਾਇਆ ਜਿੱਥੇ ਅਸੀਂ ਡਾਟਾ ਐਂਟਰ ਕਰ ਸਕਦੇ ਹਾਂ, ਡਾਟਾ ਦੇਖ ਸਕਦੇ ਹਾਂ, ਡਾਟਾ ਚੇਂਜ। RDBMS ਕੀ ਹੋਏਗਾ? ਜਿੱਥੇ ਡਾਟਾ ਐਕਚੁਅਲੀ ਚ ਪਿਆ, ਸਟੋਰ ਕਰਿਆ ਹੋਇਆ। ਐਪਲੀਕੇਸ਼ਨ ਪ੍ਰੋਗਰਾਮ ਯੂਜ਼ਰ ਕੋਲੇ ਹੁੰਦੇ ਨੇ। ਜਿਵੇਂ ਮੰਨ ਲਓ ਐਗਜ਼ਾਮਪਲ ਦੇਣ ਲਈ ਮੈਂ ਤੁਹਾਨੂੰ, ਤੁਸੀਂ ਰਿਜ਼ਲਟ ਦੇਖਦੇ ਹੋ ਆਨਲਾਈਨ ਆਪਣਾ ਜਦੋਂ ਵੀ ਐਗਜ਼ਾਮ ਤੋਂ ਬਾਅਦ, ਤਾਂ ਜਿਹੜੀ ਤੁਸੀਂ ਵੈਬਸਾਈਟ ਖੋਲਦੇ ਹੋ ਜਿੱਥੇ ਤੁਸੀਂ ਰੋਲ ਨੰਬਰ ਭਰਦੇ ਹੋ, ਉੱਥੇ ਕਲਿੱਕ ਕਰਦੇ ਹੋ ਅੱਗੇ ਵਿਊ ਕਰਨ ਲਈ ਆਪਣਾ ਰਿਜ਼ਲਟ ਕਾਰਡ ਜਾਂ ਡਿਟੇਲ ਮਾਰਕਸ ਕਾਰਡ, ਉਹ ਤਾਂ ਹੈ ਐਪਲੀਕੇਸ਼ਨ ਪ੍ਰੋਗਰਾਮ। ਤੇ ਉਹ ਡਾਟਾ ਉਹ ਯੂਨੀਵਰਸਿਟੀ ਦੇ ਸਰਵਰ ਤੇ ਪਿਆ, ਉੱਥੇ RDBMS। ਉਸ ਡਾਟੇ ਨੂੰ ਯੂਨੀਵਰਸਿਟੀ ਦੇ ਸਰਵਰ ਤੇ ਜਿਹੜਾ RDBMS ਇੰਸਟਾਲ ਹੋਇਆ ਹੋਇਆ ਉਹ ਮੈਨੇਜ ਕਰਨਾ। ਐਪਲੀਕੇਸ਼ਨ ਪ੍ਰੋਗਰਾਮ ਉਹਦੇ ਚੋਂ ਡਾਟਾ ਦੇਖ ਕੇ ਤੁਹਾਨੂੰ ਚੈੱਕ ਕਰਕੇ, ਫੈਚ ਵਰਡ ਯੂਜ਼ ਕੀਤਾ ਜਾਂਦਾ, ਫੈਚ ਕਰਕੇ ਰੀਡ ਕਰਕੇ ਤੁਹਾਨੂੰ ਸ਼ੋ ਕਰਦੇ। So there is very close relationship between database management system and application program। The application program provides the user interface। ਜਿਵੇਂ ਮੈਂ ਦੱਸਿਆ ਕਿ ਤੁਸੀਂ ਰਿਜ਼ਲਟ ਦੇਖਣਾ ਤਾਂ ਤੁਸੀਂ ਵੈਬਸਾਈਟ ਖੋਲੀ, ਉੱਥੇ ਇੱਕ ਫਾਰਮ ਆ ਗਿਆ, ਉੱਥੇ ਤੁਸੀਂ ਰੋਲ ਨੰਬਰ ਭਰਨ ਲਈ ਇੱਕ ਟੈਕਸਟ ਬਾਕਸ ਬਣਿਆ ਸੀ, ਤੁਸੀਂ ਭਰਤਾ, ਅੱਗੇ ਇੱਕ ਬਟਨ ਸੀ, ਸਬਮਿਟ ਕਰਤਾ, ਨੀਚੇ ਤੁਹਾਡੇ ਡਿਟੇਲ ਮਾਰਕਸ ਕਾਰਡ ਆ ਗਿਆ, ਤੁਸੀਂ ਡਾਊਨਲੋਡ ਕਰਿਆ, ਪ੍ਰਿੰਟ ਕਰ ਲਿਆ। ਉਹ ਜੋ ਵੀ ਤੁਸੀਂ ਪੇਜ ਖੋਲਿਆ ਸੀ ਉਹ ਯੂਜ਼ਰ ਇੰਟਰਫੇਸ। The application provides the user interface to send requests to database management system। user interface ਤੋਂ ਜਦੋਂ ਤੁਸੀਂ ਬਟਨ ਸਬਮਿਟ ਕੀਤਾ, ਪ੍ਰੈਸ ਕੀਤਾ, ਤਾਂ ਰਿਕੁਐਸਟ ਗਈ ਡਾਟਾਬੇਸ ਮੈਨੇਜਮੈਂਟ ਸਿਸਟਮ ਕੋਲੇ, ਜਿਹੜਾ ਕਿ ਸਰਵਰ ਤੇ ਪਿਆ ਹੈ ਯੂਨੀਵਰਸਿਟੀ ਦੇ ਸਰਵਰ। ਯੂਨੀਵਰਸਿਟੀ ਦੇ ਸਰਵਰ ਕੋਲੇ ਉਹ ਰਿਕੁਐਸਟ ਗਈ, ਉੱਥੋਂ ਡਾਟਾ ਰਿਸੀਵ ਹੋਇਆ, ਐਂਡ ਟੂ ਰਿਸੀਵ ਪ੍ਰੋਸੈਸ ਦ ਰਿਜ਼ਲਟਸ ਫਰੋਮ ਡਾਟਾਬੇਸ ਮੈਨੇਜਮੈਂਟ। ਉੱਥੋਂ ਡਾਟਾ ਰਿਸੀਵ ਹੋਇਆ ਜਿਹੜਾ, ਉਹ ਵਾਪਸ ਉਸੇ ਐਪਲੀਕੇਸ਼ਨ ਪ੍ਰੋਗਰਾਮ ਦੇ ਵਿੱਚ ਨੀਚੇ DMC ਦੇ ਰੂਪ ਚ ਦੇਖੀ। ਉਹ ਦੋਨੋਂ ਕਮਿਊਨੀਕੇਟ ਕਰਦੇ ਨੇ ਇੰਟਰਨੈਟ ਤੇ। ਤੁਹਾਡਾ ਕੰਪਿਊਟਰ ਜਿੱਥੇ ਤੁਸੀਂ ਰੋਲ ਨੰਬਰ ਭਰਿਆ, ਅਤੇ ਯੂਨੀਵਰਸਿਟੀ ਦਾ ਸਰਵਰ ਕੰਪਿਊਟਰ ਜਿੱਥੇ ਉਹ RDBMS ਡਾਟੇ ਨੂੰ ਮੈਨੇਜ ਕਰ, ਦੋਨੋਂ ਕਮਿਊਨੀਕੇਟ ਕਰ। The database management system processes the request। ਜਦੋਂ ਰਿਕੁਐਸਟ ਜਾਂਦੀ ਹੈ ਉੱਥੇ ਸਰਵਰ ਕੋਲੇ, ਉਹ ਰਿਕੁਐਸਟ ਨੂੰ ਪ੍ਰੋਸੈਸ ਕਰਦਾ ਹੈ, ਐਂਡ ਰਿਟਰਨਸ ਦਾ ਰਿਜ਼ਲਟਸ ਟੂ ਦਾ ਐਪਲੀਕੇਸ਼ਨ ਪ੍ਰੋਗਰਾਮ। ਤੇ ਉੱਥੋਂ ਜਿਹੜਾ ਰਿਜ਼ਲਟ ਆਉਂਦਾ ਵਾਪਸ ਐਪਲੀਕੇਸ਼ਨ ਪ੍ਰੋਗਰਾਮ ਨੂੰ ਭੇਜਦਾ। ਐਂਡ ਆਲਸੋ ਕੰਟਰੋਲਸ ਐਂਡ ਮੈਨੇਜਸ ਦਾ ਡਾਟਾਬੇਸ। ਉਹ ਤਾਂ ਉਹਦਾ ਮੇਨ ਕੰਮ ਹੈਗਾ ਜੀ, ਕੰਟਰੋਲ ਕਰਨਾ।
In most of the DBMS management systems, database management systems, application programs are used for interfacing with database. Interfacing मतलब interact ਕਰਦੇ ਨੇ ਇੱਕ ਦੂਜੇ ਨਾਲ ਤਾਂ ਹੀ ਕੰਮ ਚੱਲਦਾ ਪੂਰਾ. The user communicates with the data system through the user interface part of the application program. ਤੁਹਾਨੂੰ ਜਿਹੜਾ ਵਿਜ਼ੂਅਲੀ ਦਿਖਾਇਆ ਜਾਂਦਾ ਉਹ ਅਸੀਂ ਉਹਨੂੰ ਕਹਿੰਦੇ ਆ ਇੰਟਰਫੇਸ ਪਾਰਟ. ਉਹਦੇ ਅੰਦਰ ਵੀ ਕੁਝ ਕੋਡਿੰਗ ਚੱਲਦੀ ਹੈ ਜਿਹੜੀ ਸਾਨੂੰ ਦਿਖਦੀ. The application program is developed according to the requirements of the users. ਤੁਹਾਡੀ ਰਿਕੁਆਇਰਮੈਂਟ ਹੈ ਕਿ ਤੁਸੀਂ ਰਿਜ਼ਲਟ ਦੇਖਣਾ, ਉਹਦੇ ਲਈ ਇਕੱਲਾ ਰੋਲ ਨੰਬਰ ਭਰਨਾ, ਤਾਂ ਉਸ ਰਿਕੁਆਇਰਮੈਂਟ ਦੇ ਮੁਤਾਬਕ ਉਹ ਪੇਜ ਬਣਾਇਆ ਗਿਆ, ਉਹ ਇੰਟਰਫੇਸ ਬਣਾਇਆ ਗਿਆ, ਜਿੱਥੇ ਤੁਸੀਂ ਰੋਲ ਨੰਬਰ ਭਰਦੇ ਸਬਮਿਟ ਕਰਦੇ ਹੋ ਤੇ ਰਿਜ਼ਲਟ ਆਉਂਦਾ. ਇਹ ਰਿਲੇਸ਼ਨਸ਼ਿਪ ਹੈ ਐਪਲੀਕੇਸ਼ਨ ਪ੍ਰੋਗਰਾਮ ਦਾ ਤੇ ਆਰਡੀਬੀ. ਤੋ ਇਹ ਸੀ ਇੰਟਰੋਡਕਸ਼ਨ ਆਰਡੀਬੀਐਮਐਸ ਪ੍ਰੋਡਕਟਸ ਦੇ ਬਾਰੇ ਚ, ਉਹਨਾਂ ਦੇ ਫੀਚਰਸ ਦੇ ਬਾਰੇ ਚ, DBMS ਤੇ RDBMS ਦਾ ਡਿਫਰੈਂਸ ਕੀ ਹੈ, ਐਪਲੀਕੇਸ਼ਨ ਪ੍ਰੋਗਰਾਮਸ ਦਾ ਤੇ RDBMS ਦਾ ਆਪਸ ਵਿੱਚ ਕੀ ਕਨੈਕਸ਼ਨ ਹੈ, ਕੀ ਰਿਲੇਸ਼ਨ.